ਕਿਸਾਨ ਅਕੈਡਮੀ ਦੇ ਆਨਲਾਈਨ ਪਲੇਟਫਾਰਮ ਦੇ ਉੱਪਰ ਤੁਹਾਡਾ ਸਵਾਗਤ ਹੈ। ਅਸੀਂ ਸੁਪਰਵਾਈਜ਼ਰ ਦੇ ਲਈ ਜੋ ਟੌਪਿਕ ਤੁਹਾਡੇ ਚੱਲ ਰਹੇ ਨੇ, ਲਾਸਟ ਜੋ ਵੀਡੀਓ ਅਪਲੋਡ ਹੋਈ ਸੀਗੀ ਤੁਹਾਡੀ ਐਮਸੀਕਿਊ ਡਿਸਕਸ਼ਨ ਦੀ, ਉਹ ਤੁਹਾਡੇ ਸੁਪਰਵਾਈਜ਼ਰ ਦਾ ਇੱਕ ਟੌਪਿਕ ਸੀਗਾ ਏਲਮੈਂਟ। ਅੱਜ ਕਿਉਂਕਿ ਸਾਡਾ ਮੇਨ ਕਲਾਸਿਸ ਦੇ ਵਿੱਚ ਤੁਹਾਡਾ ਨਿਊਟ੍ਰੀਸ਼ਨ, ਮਾਲ ਨਿਊਟ੍ਰੀਸ਼ਨ ਦਾ ਟੌਪਿਕ ਖਤਮ ਹੋ ਚੁੱਕਿਆ, ਤਾਂ ਆਪਾਂ ਅੱਜ ਮਾਲ ਨਿਊਟ੍ਰੀਸ਼ਨ ਜਾਨੀ ਕਿ ਕੁਪੋਸ਼ਣ ਦੇ ਜਿਹੜੇ ਹੈਗੇ ਆ ਐਮਸੀਕਿਊ ਡਿਸਕਸ ਕਰਾਂਗੇ। ਅਗੇਨ ਇਹਦੇ ਚ ਹਮੇਸ਼ਾ ਹੀ ਜੋ ਮੈਂ ਤੁਹਾਨੂੰ ਕਲਾਸ ਦੇ ਵਿੱਚ ਕਰਵਾਉਣੀ ਉਹ ਐਕਸਟਰਾ ਹੁੰਦਾ, ਜੋ ਮੈਂ ਐਮਸੀਕਿਊ ਲੈ ਕੇ ਆਉਣੀ ਹਾਂ ਮੈਂ ਥੋੜੇ ਜਿਹੇ ਬਾਹਰੋਂ ਐਕਸਟਰਾ ਲੈ ਕੇ ਆਉਣੀ ਹਾਂ, ਕਿਉਂਕਿ ਕਈ ਵਾਰ ਕੁਝ ਪੁਆਇੰਟਸ ਹੁੰਦੇ ਨੇ ਜਾਂ ਕੁਝ ਕਰੰਟ ਲੈਵਲ ਦੇ ਉੱਪਰ ਮਾਲ ਨਿਊਟ੍ਰੀਸ਼ਨ ਦੇ ਨਾਲ ਜੋ ਚੀਜ਼ਾਂ ਮੈਨੂੰ ਲੱਗਦੀਆਂ ਨੇ ਕਿ ਇੰਪੋਰਟੈਂਟ ਨੇ, ਉਹਨਾਂ ਨੂੰ ਮੈਂ ਐਮਸੀਕਿਊਜ਼ ਦੇ ਥਰੂ ਹੀ ਤੁਹਾਨੂੰ ਪ੍ਰੋਵਾਈਡ ਕਰਦੀ ਹਾਂ। ਇਸ ਕਰਕੇ ਫਰਕ ਹੁੰਦਾ ਜੋ ਤੁਹਾਡੇ ਮੇਨ ਕੋਰਸ ਦੇ ਵਿੱਚ ਥਿਊਰੀ ਕਲਾਸਿਸ ਚੱਲ ਰਹੀਆਂ ਨੇ, ਹਨਾ। ਤਾਂ ਜਿਹੜੇ ਜਦੋਂ ਅਸੀਂ ਮੌਕ ਟੈਸਟ ਜਾਂ ਜਦੋਂ ਤੁਹਾਡੀ ਸਾਡਾ ਸਿਲੇਬਸ ਖਤਮ ਹੋ ਜਾਊਗਾ, ਕਿਉਂਕਿ ਬਹੁਤ ਥੋੜਾ ਸਿਲੇਬਸ ਆ ਚਾਈਲਡ ਕੇਅਰ ਐਂਡ ਡਿਵੈਲਪਮੈਂਟ ਦਾ ਸੁਪਰਵਾਈਜ਼ਰ ਦੇ ਵਿੱਚ, ਆਂਗਨਵਾੜੀ ਸੁਪਰਵਾਈਜ਼ਰ ਦੇ ਵਿੱਚ, ਤਾਂ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਵਿੱਚੋਂ ਐਮਸੀਕਿਊ ਪਾਉਣ ਲੱਗ ਜਾਾਂਗੇ, ਹਨਾ। ਪਰ ਹੁਣ ਜਿਹੜੇ ਤੁਹਾਡੇ ਐਮਸੀਕਿਊ ਮੈਂ ਪਾਉਣੀ ਆ ਥੋੜੇ ਜੇ ਬਾਹਰੋਂ ਐਕਸਟਰਾ ਐਡ ਕਰਦੀ ਆ, ਉਹਦਾ ਰੀਜ਼ਨ ਆ ਕਿ ਤੁਹਾਡੀ ਜਿਹੜੇ ਪੁਆਇੰਟਸ ਆਪਾਂ ਸਕਿਪ ਕਰਦੇ ਆ, ਉੱਥੋਂ ਜਿਹੜੇ ਪੁਆਇੰਟਸ ਕਿਤੇ ਐਡ ਨਹੀਂ ਹੁੰਦੇ ਤੁਹਾਡੀ ਥਿਊਰੀ ਦੇ ਵਿੱਚ, ਉਹਨਾਂ ਨੂੰ ਮੈਂ ਕਿਸੇ ਨਾ ਕਿਸੇ ਥਰੂ, ਕਿਸੇ ਨਾ ਕਿਸੇ ਵੇ ਦੇ ਨਾਲ ਤੁਹਾਨੂੰ ਪ੍ਰੋਵਾਈਡ ਕਰਾ ਸਕਾਂ। ਇਸ ਕਰਕੇ ਜਿਹੜੇ ਐਮਸੀਕਿਊਜ਼ ਹੁੰਦੇ ਨੇ ਉਹ ਤੁਹਾਡੇ ਉਸ ਕਲਾਸ ਤੋਂ ਥੋੜੀ ਜਿਹੀ ਮੈਂ ਐਕਸਟਰਾ ਪ੍ਰੋਵਾਈਡ ਕਰਦੀ ਹਾਂ, ਠੀਕ ਹੈ ਜੀ। ਤਾਂ ਆਪਾਂ ਸਟਾਰਟ ਕਰਦੇ ਹਾਂ। ਇੱਕ ਹੋਰ ਚੀਜ਼, ਜਿਹੜੇ ਬੱਚੇ ਵੀ ਕੋਰਸ ਲੈਣਾ ਚਾਹੁੰਦੇ ਨੇ ਸੁਪਰਵਾਈਜ਼ਰ ਦਾ, ਜੇ ਕਾਫੀ ਬੱਚੇ ਨੇ ਜਿਹੜੇ ਕਾਲ ਕਰ ਰਹੇ ਨੇ ਕਿ ਅਸੀਂ ਇਕੱਲੇ ਚਾਈਲਡ ਕੇਅਰ ਐਂਡ ਡਿਵੈਲਪਮੈਂਟ ਦਾ ਕੋਰਸ ਲੈਣਾ, ਤਾਂ ਉਹ ਵੀ ਕੋਰਸ ਅਵੇਲੇਬਲ ਆਪਣੀ ਐਪ ਦੇ ਉੱਪਰ। ਤੁਸੀਂ ਜੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਨੰਬਰ ਦਿੱਤਾ ਹੋਇਆ ਉਹਦੇ ਉੱਪਰ ਕਾਲ ਕਰਕੇ ਕੋਰਸ ਨੂੰ ਲੈ ਸਕਦੇ ਹੋ, ਜਿਹਦੀ ਫੀਸ 500 ਆ। ਜਲਦੀ ਜਿਹੜੀ ਫੀਸ ਹੈਗੀ ਉਹਦੀ ਵੀ ਇਨਕਰੀਜ਼ ਹੋ ਜਾਏਗੀ 1000 ਤੱਕ। ਜਿਹੜੀ ਫੀਸ ਉਹਦੀ ਕੁਝ ਦਿਨਾਂ ਦੇ ਅੰਦਰ ਅੰਦਰ ਆਪਾਂ ਇਨਕਰੀਜ਼ ਕਰਕੇ 1000 ਤੱਕ, ਸਿਰਫ ਚਾਈਲਡ ਕੇਅਰ ਐਂਡ ਡਿਵੈਲਪਮੈਂਟ ਦਾ ਪੋਰਸ਼ਨ ਆ ਜੋ ਉਹਦੀ ਫੀਸ ਆਪਾਂ 1000 ਤੱਕ ਕਰ ਦਾਂਗੇ। ਪਰ 2-3 ਦਿਨ ਹਲੇ ਹੈ ਜਿਹਦੇ ਵਿੱਚ ਤੁਸੀਂ 500 ਦੇ ਵਿੱਚ ਅਵੇਲੇਬਲ ਹੋ ਰਿਹਾ ਤੁਹਾਨੂੰ ਚਾਈਲਡ ਕੇਅਰ ਐਂਡ ਨਿਊਟ੍ਰੀਸ਼ਨ ਵਾਲਾ ਟੌਪਿਕ, ਤਾਂ ਤੁਸੀਂ ਲੈ ਸਕਦੇ ਹੋ, ਉੱਥੇ ਜਾ ਕੇ ਕੋਰਸ ਪਰਚੇਜ਼ ਕਰ ਸਕਦੇ ਹੋ। ਤੇ ਜਿਹੜੇ ਬੱਚੇ ਕੰਪਲੀਟ ਕੋਰਸ ਲੈਣਾ ਚਾਹੁੰਦੇ ਨੇ ਉਹ ਵੀ ਇਸ ਟਾਈਮ 2500 ਦੇ ਵਿੱਚ ਅਵੇਲੇਬਲ ਆ, ਤੇ ਥੋੜੇ ਦਿਨਾਂ ਦੇ ਵਿੱਚ ਉਹ ਵੀ ਜਿਹੜਾ ਹੈਗਾ ਉਹ 3000 ਦੇ ਵਿੱਚ ਅਵੇਲੇਬਲ ਹੋਏਗਾ। ਤਾਂ ਜੋ ਦੋਨੋਂ ਕੋਰਸ ਚੱਲ ਰਹੇ ਨੇ, ਕੰਪਲੀਟ ਕੋਰਸ ਵੀ ਆ ਤੇ ਨਾਲ ਹੀ ਤੁਹਾਡਾ ਸਿਰਫ ਸੀਡੀਪੀ ਵਾਲੇ ਪੋਰਸ਼ਨ ਦਾ ਵੀ ਕੋਰਸ ਚੱਲ ਰਿਹਾ। ਦੋਨਾਂ ਕੋਰਸ ਦੇ ਵਿੱਚੋਂ ਜੋ ਵੀ ਬੱਚੇ ਜਿਸ ਵੀ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਨੇ ਉਹ ਕੋਰਸ ਨੂੰ ਲੈ ਸਕਦੇ ਆ। ਆਪਾਂ ਸਟਾਰਟ ਕਰਦੇ ਹਾਂ ਕੁਪੋਸ਼ਣ। ਫਰਸਟ ਕੁਐਸਚਨ ਆਪਣੇ ਕੋਲ ਪ੍ਰੋਟੀਨ, એનર્ਜੀ, ਮਾਲ ਨਿਊਟ੍ਰੀਸ਼ਨ। ਇਹ ਤੁਹਾਨੂੰ ਕਲਾਸ ਦੇ ਵਿੱਚ ਮੈਂ ਕਨਸੈਪਟ ਕਰਵਾਤਾ ਸੀ ਕਿ ਪ੍ਰੋਟੀਨ, એનર્ਜੀ, ਪੀਈਐਮ ਕੀ ਹੁੰਦਾ। ਪੀਈਐਮ ਆ ਜਿਹੜਾ ਉਹ ਪ੍ਰੋਟੀਨ ਦੀ ਡੈਫੀਸ਼ੀਐਂਸੀ ਆ ਤੇ ਨਾਲ ਹੀ ਜਿਹੜੇ ਕੈਲੋਰੀਜ਼ ਨੇ ਉਹਦੇ ਨਾਲ ਸੰਬੰਧਿਤ ਆ, ਠੀਕ ਹੈ। ਤਾਂ ਨਾਮ ਤੋਂ ਹੀ ਕਲੀਅਰ ਆ ਕਿ ਪ੍ਰੋਟੀਨ ਤੇ એનર્ਜੀ ਦੀ ਯੂਨਿਟ ਆਪਣੇ ਕੋਲ ਕੀ ਹੁੰਦੀ ਆ, ਕੈਲੋਰੀਜ਼, ਹੈ ਨਾ। ਤਾਂ ਆਪਣੇ ਕੋਲ ਕੁਐਸਚਨ ਹੈ ਪ੍ਰੋਟੀਨ, એનર્ਜੀ, ਮਾਲ ਨਿਊਟ੍ਰੀਸ਼ਨ ਕੋਰਸਪੋਂਡੈਂਸ ਟੂ ਅ ਸਟੇਟ ਵੇਅਰ ਦਾ ਇਨਫੈਂਟਸ ਡਾਈਟਰੀ ਇਨਟੇਕ ਇਜ਼ ਡੈਫੀਸ਼ੀਐਂਟ ਇਨ। ਤਾਂ ਜਿਹੜਾ ਬੱਚਾ ਪੀਐਮ ਕਦੋਂ ਹੁੰਦੀ ਆ, ਪੀਐਮ ਦੀ ਕੀ ਸਿਚੁਏਸ਼ਨ ਹੁੰਦੀ ਆ, ਜਦੋਂ ਇੱਕ ਬੱਚੇ ਦੀ ਜੋ ਡਾਈਟਰੀ ਇਨਟੇਕ ਨੇ, ਜੋ ਬੱਚਾ ਡਾਈਟ ਲੈ ਰਿਹਾ ਹੈਗਾ ਉਹਦੇ ਚ ਕਿਹਦੀ ਕਮੀ ਰਹਿ ਜੇ। ਤਾਂ ਮੇਨ ਆਪਾਂ ਇਹ ਕਲਾਸ ਦੇ ਵਿੱਚ ਕਰ ਚੁੱਕੇ ਆ ਕਿ ਪੀਐਮ ਦੇ ਵਿੱਚ ਓਵਰਆਲ ਜਿਹੜੀਆਂ ਕੈਲੋਰੀਜ਼ ਨੇ ਇਫੈਕਟ ਹੁੰਦੀਆਂ ਤੇ ਪ੍ਰੋਟੀਨ ਦੀ ਜਿਹੜੀ ਹੈਗੀ ਆ ਕਮੀ ਉਹ ਹੁੰਦੀ ਹੈ। ਤਾਂ ਆਪਣੇ ਕੋਲ ਆਨਸਰ ਇੱਥੇ ਕੀ ਹੈ, ਬੀ ਤੇ ਸੀ, ਠੀਕ ਹੈ। ਤਾਂ ਇਹਨਾਂ ਦੋਨਾਂ ਦੇ ਨਾਲ ਰਿਲੇਟਡ ਆ, ਇਹਦੇ ਚ ਪ੍ਰੋਟੀਨ ਦੀ ਕਮੀ ਹੋ ਜਾਂਦੀ ਆ ਤੇ ਜਿਹੜੀਆਂ ਓਵਰਆਲ ਕੈਲੋਰੀਜ਼ ਨੇ ਉਹਨਾਂ ਦੇ ਵਿੱਚ ਕੁਝ ਫਰਕ ਹੁੰਦਾ ਹੈ ਨਾ, ਉਹ ਅਸੀਂ ਆਖਦੇ ਆ ਪੀਐਮ ਦੇ ਵਿੱਚ ਦੋ ਬਿਮਾਰੀਆਂ ਆਉਂਦੀਆਂ ਨੇ ਆਪਣੇ ਕੋਲ ਮੇਨ, ਇਹ ਵੀ ਤੁਸੀਂ ਕਲਾਸ ਦੇ ਵਿੱਚ ਕਰ ਚੁੱਕੇ ਹੋ, ਕੁਆਸੀਓਕਰ ਤੇ ਦੂਜੀ ਹੁੰਦੀ ਆ ਮਰਾਸਮਸ, ਠੀਕ ਹੈ। ਤਾਂ ਜਿਹੜੀ ਕੁਆਸੀਓਕਰ ਹੈਗੀ ਆ ਉਹਦੇ ਚ ਕੀ ਹੁੰਦਾ, ਪ੍ਰੋਟੀਨ ਘੱਟ ਹੁੰਦੀ ਆ ਬੱਚੇ ਦੇ ਵਿੱਚ, ਪਰ ਜਿਹੜੀਆਂ ਕੈਲੋਰੀਜ਼ ਲੈ ਰਿਹਾ ਹੁੰਦਾ ਉਹ ਕੰਪਲੀਟ ਹੁੰਦੀਆਂ, ਹਨਾ। ਇਹਦਾ ਮਤਲਬ ਕੀ ਹੈ ਕਿ ਕਾਰਬੋਹਾਈਡਰੇਟ ਜ਼ਿਆਦਾ ਲੈ ਰਿਹਾ, ਇਸ ਕਰਕੇ ਉਹਦੇ ਚ ਜਿਹੜਾ ਹੈ ਮਾਲ ਨਿਊਟ੍ਰੀਸ਼ਨ ਹੋ ਰਹੀ ਆ। ਜਦੋਂ ਕਿ ਜਿਹੜੀ ਮਰਾਸਮਸ ਹੁੰਦੀ ਆ, ਮਰਾਸਮਸ ਦੇ ਵਿੱਚ ਓਵਰਆਲ ਕੈਲੋਰੀਜ਼ ਵੀ ਬੱਚਾ ਘੱਟ ਇਨਟੇਕ ਕਰ ਰਿਹਾ ਤੇ ਪ੍ਰੋਟੀਨ ਦੀ ਵੀ ਕਮੀ ਹੋ ਜਾਂਦੀ ਹੈ, ਠੀਕ ਹੈ। ਤਾਂ ਇਹ ਦੋਨਾਂ ਬਿਮਾਰੀਆਂ ਦੇ ਵਿੱਚ ਮੇਨ ਫਰਕ ਆ। ਇਹਨੂੰ ਡੈਫੀਨੇਟਲੀ ਤੁਹਾਨੂੰ ਜਿਹੜਾ ਹੈਗਾ ਕੁਆਸੀਓਕਰ ਤੇ ਜੇ ਮਾਲ ਨਿਊਟ੍ਰੀਸ਼ਨ ਦਾ ਟੌਪਿਕ ਹੈ ਤਾਂ ਤੁਹਾਨੂੰ ਪੀਈਐਮ ਜਾਨੀ ਕਿ ਕੁਆਸੀਓਕਰ ਤੇ ਮਰਾਸਮਸ ਦੇ ਵਿੱਚੋਂ ਡੈਫੀਨੇਟਲੀ ਕੁਐਸਚਨ ਆਉਣਾ ਚਾਹੀਦਾ, ਜਿੰਨਾ ਕਿ ਮੈਨੂੰ ਐਕਸਪੀਰੀਅੰਸ ਆ ਨਾ। ਦੈਨ ਹੈ ਆਪਣੇ ਕੋਲ ਸੈਕੰਡ ਕੁਐਸਚਨ, ਇਫ ਅ ਪਰਸਨ ਹੈਵ ਸਵੈਲੋਇੰਗ ਪ੍ਰੋਬਲਮ। ਸਵੈਲਿੰਗ ਪ੍ਰੋਬਲਮ ਹੁੰਦਾ ਜੇ ਆਪਾਂ ਕਹੀਏ ਖਾਣਾ ਨਿਗਲਣ ਵਾਲੀ ਜਿਹੜੀ ਟਿਊਬ ਹੁੰਦੀ ਆ ਉਹਦੇ ਨਾਲ ਰਿਲੇਟਡ ਜਦੋਂ ਬੱਚੇ ਨੂੰ ਪ੍ਰੋਬਲਮ ਹੋ ਜਾਂਦੀ ਹੈ ਕਿਸੇ ਨੂੰ ਵੀ, ਹਨਾ। ਤਾਂ ਜਿਹੜੀ ਸਵੈਲੋਇੰਗ, ਖਾਣਾ ਖਾਣ ਦੇ ਵਿੱਚ ਕਿਸੇ, ਜਿਵੇਂ ਆਪਾਂ ਮੰਨ ਲਓ ਕੋਈ ਬੱਚਾ ਖਾਣਾ ਨਹੀਂ ਖਾ ਰਿਹਾ, ਉਹਨੂੰ ਕੋਈ ਇਸ ਤਰੀਕੇ ਦੀ ਪ੍ਰੋਬਲਮ ਆ ਕਿ ਉਹ ਆਪਣੇ ਮੂੰਹ ਦੇ ਰਾਹੀਂ ਇਨਟੇਕ ਨਹੀਂ ਕਰ ਪਾ ਰਿਹਾ ਖਾਣਾ, ਤਾਂ ਸਾਡੇ ਕੋਲ ਕਿਹੜੇ ਉਹਦੇ ਬਦਲ ਹੋ ਸਕਦੇ ਆ, ਕਿਹੜੇ ਅਲਟਰਨੇਟਿਵ ਉਹਦੇ ਹੋ ਸਕਦੇ ਆ ਨਾ। ਫਰਸਟ ਹੈਗਾ ਆਪਣੇ ਕੋਲ
ਨੈਸੋਗੈਸਟ੍ਰਿਕ ਟਿਊਬ ਹੁੰਦੀ ਆ ਕਿ ਨੱਕ ਦੇ ਰਾਹੀਂ ਬੱਚੇ ਨੂੰ ਜਿਹੜਾ ਹੈਗਾ ਖਾਣਾ, ਬੱਚੇ ਨੂੰ ਜਾਂ ਕੋਈ ਵੀ ਵੱਡਾ ਪਰਸਨ ਵੀ, ਅਡਲਟ ਵੀ, ਜਿਹਨੂੰ ਵੀ ਕੋਈ ਪ੍ਰੋਬਲਮ ਹੈਗੀ ਆ ਸਵੈਲੋ ਕਰਨ ਦੀ ਫੂਡ, ਤਾਂ ਨੈਸੋਗੈਸਟ੍ਰਿਕ ਹੁੰਦੀ ਆ, ਨੱਕ ਦੇ ਰਾਹੀਂ ਟਿਊਬ ਆ ਜਿਹੜੀ ਉਹ ਭੇਜੀ ਜਾਂਦੀ ਹੈ, ਉਹਦੇ ਰਾਹੀਂ ਲਿਕੁਇਡ ਜਾਂ ਜੋ ਡਾਈਟ ਆ ਤੁਹਾਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਤੇ ਟਿਊਬ ਪੇਟ ਤੱਕ ਆ ਜਿਹੜਾ ਖਾਣਾ ਪਹੁੰਚਾਉਂਦੀ ਆ। ਅੱਗੇ ਹੈਗੀ ਆ ਪਰਕੂਟੇਨੀਅਸ ਇੰਡੋਸਕੋਪਿਕ ਗੈਸਟ੍ਰੋਨੋਮੀ। ਇਹਦੇ ਚ ਕੀ ਹੁੰਦਾ ਕਿ ਪੇਟ ਦੇ ਰਾਹੀਂ ਡਾਇਰੈਕਟ ਪੇਟ ਦੇ ਵਿੱਚ ਹੀ ਟਿਊਬ ਨੂੰ ਆ ਜਿਹੜਾ ਇਨਸਰਟ ਕੀਤਾ ਜਾਂਦਾ ਤੇ ਉਹਦੇ ਰਾਹੀਂ ਡਾਇਰੈਕਟ ਪੇਟ ਦੇ ਵਿੱਚ ਹੀ ਤੁਹਾਡੇ ਫੂਡ ਨੂੰ ਭੇਜਿਆ ਜਾਂਦਾ। ਨਿਊਟ੍ਰੀਸ਼ਨ ਇਨ ਬਲੱਡ ਹੈਗਾ ਜਿਹੜਾ ਪ੍ਰੀਨੇਟਲ ਦੇ ਵਿੱਚ ਆ, ਜਿਵੇਂ ਮਦਰ ਨੂੰ ਖਾਣਾ ਪ੍ਰੋਵਾਈਡ ਕੀਤਾ ਜਾਂਦਾ, ਮਦਰ ਉਵੇਂ ਦੀ ਡਾਈਟ ਲੈਂਦੀ ਆ ਜਿਹੜੀ ਕਿ ਬੱਚੇ ਨੂੰ ਬਲੱਡ ਦੇ ਰਾਹੀਂ ਬੱਚਾ ਕੀ ਲੈ ਰਿਹਾ ਹੈਗਾ, ਆਪਦਾ ਫੂਡ ਨੂੰ, ਆਪਦੇ ਜੋ ਨਿਊਟ੍ਰੀਸ਼ਨ ਉਹਨਾਂ ਨੂੰ ਹਾਸਲ ਕਰ ਰਿਹਾ, ਬਟ ਕਾਹਦੇ ਰਾਹੀਂ, ਬਲੱਡ ਦੇ ਰਾਹੀਂ। ਠੀਕ ਹੈ, ਤੇ ਇਹਦਾ ਮਤਲਬ ਆਪਣੇ ਕੋਲੇ ਸਾਰੇ ਹੀ ਅਲਟਰਨੇਟਿਵ ਨੇ ਜੇ ਕਿਸੇ ਪਰਸਨ ਨੂੰ ਮਾਲ ਨਿਊਟ੍ਰੀਸ਼ਨ ਵਰਗੀ ਕੋਈ ਸਮੱਸਿਆ ਹੈਗੀ ਆ। ਠੀਕ ਹੈ, ਮਤਲਬ ਉਹ ਸਵੈਲੋ ਨਹੀਂ ਕਰ ਸਕਦਾ ਫੂਡ, ਤਾਂ ਉਸ ਸਿਚੁਏਸ਼ਨ ਦੇ ਵਿੱਚ ਆਪਾਂ ਕੀ ਯੂਜ਼ ਕਰਦੇ ਹੈਗੇ ਆ, ਇਹਨਾਂ ਤਿੰਨੋਂ ਮੈਥਡ ਨੂੰ ਯੂਜ਼ ਕਰ ਸਕਦੇ ਆ। Then आगे अपने को third question, PEM is mostly seen and has to most destructing consequences in ਤਾਂ PCM ਦੇ ਜਿਹੜੇ ਹੈਗੇ ਆ ਸਭ ਤੋਂ ਜ਼ਿਆਦਾ ਘਾਤਕ ਨਤੀਜੇ ਕਿਹੜੀ ਸਟੇਜ ਦੇ ਵਿੱਚ ਆਉਂਦੇ ਆ। ਦੇਖੋ ਜਿਹੜਾ ਪ੍ਰੋਟੀਨ એનર્ਜੀ ਮਾਲ ਨਿਊਟ੍ਰੀਸ਼ਨ ਆ, ਇਹ ਬੇਸਿਕਲੀ ਮੇਨ ਦੋ ਬਿਮਾਰੀਆਂ ਦੀ ਮੈਂ ਬਾਰ-ਬਾਰ ਗੱਲ ਕਰ ਰਹੀ ਹਾਂ। ਇੱਕ ਹੈਗੀ ਆ ਤੁਹਾਡੇ ਕੋਲ ਕੁਆਸੀਓਕਰ, ਠੀਕ ਹੈ, ਤੇ ਦੂਜੀ ਹੈਗੀ ਆਪਣੇ ਕੋਲ ਮਰਾਸਮਸ। ਠੀਕ ਹੈ, ਜਿਹੜੀ ਕੁਆਸੀਓਕਰ ਹੁੰਦੀ ਆ ਇਹ ਬੇਸਿਕਲੀ ਜਿਹੜੀ ਤਾਂ ਮਰਾਸਮਸ ਹੈਗੀ ਆ ਉਹ ਜਨਮ ਤੋਂ ਹੀ ਸ਼ੁਰੂ ਹੋ ਜਾਂਦੀ ਹੈ। 1 ਸਾਲ ਤੋਂ ਛੋਟਾ ਬੱਚਾ ਤਾਂ ਉਹਦੇ ਵਿੱਚ ਮਰਾਸਮਸ ਦੇ ਲੱਛਣ ਦੇਖੇ ਜਾਣਗੇ। ਜਿਹੜਾ ਕੁਆਸੀਓਕਰ ਆ ਉਹ 1 ਸਾਲ ਤੋਂ ਬਾਅਦ ਦੇਖਿਆ ਜਾਂਦਾ, ਖਾਸ ਕਰਕੇ 18 ਮਹੀਨੇ ਦਾ ਜਦੋਂ ਇੱਕ ਬੱਚਾ ਹੁੰਦਾ ਤਾਂ ਉਹਦੇ ਵਿੱਚ ਇਹਦੇ ਜਿਹੜੇ ਲੱਛਣ ਹੈਗੇ ਉਹ ਜ਼ਿਆਦਾ ਦੇਖੇ ਜਾਂਦੇ ਆ ਕੁਆਸੀਓਕਰ ਦੇ। ਠੀਕ ਹੈ, ਇਸ ਕਰਕੇ ਜਿਹੜੀ ਹੈਗੀ ਆ ਇਨਫੈਂਸੀ ਤੇ ਅਰਲੀ ਚਾਈਲਡਹੁੱਡ, ਇਹਨਾਂ ਦੋਨਾਂ ਦੇ ਵਿੱਚ ਹੀ ਜ਼ਿਆਦਾ ਜਿਹੜੇ ਘਾਤਕ ਨਤੀਜੇ ਉਹ PEM ਦੇ ਦੇਖੇ ਜਾਂਦੇ ਆ। ਦੇਖੋ ਮੈਂ ਇਹ ਕਿਹਾ 18 ਮਹੀਨੇ, ਪਰ ਇਸ ਤੋਂ ਉੱਪਰ ਆ ਜਿਹੜਾ 6, 7, 8 ਸਾਲ ਤੱਕ ਦੇ ਬੱਚਿਆਂ ਦੇ ਵਿੱਚ ਜਿਹੜੇ ਇਹਦੇ ਲੱਛਣ ਹੈਗੇ ਉਹ ਕਾਮਨ ਦੇਖੇ ਜਾਣਗੇ। ਇਸ ਕਰਕੇ ਜਿਹੜਾ ਇਨਫੈਂਸੀ ਤੇ ਅਰਲੀ ਚਾਈਲਡਹੁੱਡ ਸਟੇਜ ਆ ਉਹਨਾਂ ਦੇ ਲਈ PEM ਆ ਜਿਹੜਾ ਉਹ ਸਭ ਤੋਂ ਜ਼ਿਆਦਾ ਘਾਤਕ ਸਿੱਧ ਹੁੰਦਾ। ਉਸ ਤੋਂ ਬਾਅਦ ਫੋਰਥ ਕੁਐਸਚਨ ਆਪਣੇ ਕੋਲ, ਅਪ ਟੂ ਦਾ ਏਜ ਆਫ 6 ਮੰਥ, 6 ਮਹੀਨੇ ਤੱਕ ਆ ਜਿਹੜਾ ਬੱਚੇ ਦੇ ਲਈ ਆਈਡਲ ਫੂਡ, ਖਾਸ ਕਰਕੇ ਜਿਹੜਾ ਨਵਾਂ ਜੰਮਿਆ ਬੱਚਾ ਤੇ ਬਹੁਤ ਛੋਟਾ ਯੰਗ ਇਨਫੈਂਟ ਆ, ਇਨਫੈਂਟ ਦੀ ਏਜ ਹੁੰਦੀ ਆ 2 ਸਾਲ ਤੱਕ, ਹਨਾ, ਤਾਂ ਉਹਦੇ ਲਈ ਜਿਹੜਾ ਹੈਗਾ 2 ਸਾਲ ਤੱਕ ਦਾ ਪੀਰੀਅਡ ਅਸੀਂ ਕਿਹਦੇ ਚ ਮੰਨਦੇ ਆ, ਇਨਫੈਂਸੀ ਦੇ ਵਿੱਚ, ਤੇ ਅਰਲੀ ਚਾਈਲਡਹੁੱਡ ਦੇ ਵਿੱਚ ਕਿੰਨਾ ਪੀਰੀਅਡ ਹੁੰਦਾ, 2 ਤੋਂ ਲੈ ਕੇ 6 ਸਾਲ ਤੱਕ ਦਾ ਪੀਰੀਅਡ। ਤਾਂ ਜਿਹੜਾ 6 ਮਹੀਨੇ ਤੱਕ ਦੇ ਬੱਚੇ ਲਈ ਆਦਰਸ਼ ਫੀਡ ਕਿਹੜੀ ਹੋਊਗੀ, ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ, ਮਾਂ ਦਾ ਦੁੱਧ, ਜਾਣੀ ਕਿ ਬ੍ਰੈਸਟ ਫੀਡਿੰਗ ਇੱਕ ਬੱਚੇ ਦੇ ਲਈ ਆਦਰਸ਼ ਜਿਹੜੀ ਡਾਈਟ ਦੇ ਤੌਰ ਤੇ ਆਪਾਂ ਕੰਸੀਡਰ ਕਰਦੇ ਆ। ਠੀਕ ਹੈ ਜੀ, ਕਿਉਂਕਿ ਖਾਸ ਕਰਕੇ ਜਦੋਂ ਬੱਚਾ 6 ਮਹੀਨੇ ਦਾ ਹੁੰਦਾ ਤਾਂ ਉਹ ਸਿਰਫ ਮਾਂ ਦਾ ਦੁੱਧ ਲੈ ਰਿਹਾ ਹੁੰਦਾ। 6 ਮਹੀਨੇ ਤੋਂ ਬਾਅਦ ਬੱਚਾ ਵੀਨਿੰਗ ਵੱਲ ਮੂਵ ਕਰਦਾ। ਵੀਨਿੰਗ ਕੀ ਹੁੰਦੀ ਆ, ਵੀਨਿੰਗ ਪ੍ਰੋਸੈਸ ਦੇ ਵਿੱਚ ਇੱਕ ਬੱਚਾ ਜਦੋਂ ਮਾਂ ਦੇ ਦੁੱਧ ਦੇ ਨਾਲ ਕੋਈ ਹੋਰ ਜਿਹੜੇ ਹੈਗੇ ਆ ਸਬਸਟੀਟਿਊਟ ਯੂਜ਼ ਕਰਨ ਲੱਗ ਜਾਂਦਾ, ਜਿਵੇਂ ਆਪਾਂ ਕਹੀ ਦਲੀਆ ਜਾਂ ਸੈਰਾਲਿਕ, ਇਹ ਚੀਜ਼ਾਂ ਆਪਾਂ ਬੱਚੇ ਨੂੰ ਮਾਂ ਦੇ ਦੁੱਧ ਨਾਲ 6 ਮਹੀਨੇ ਤੋਂ ਬਾਅਦ ਦੇਣ ਲੱਗ ਜਾਂਦੇ ਆ, ਤਾਂ ਉਹਨੂੰ ਆਖਦੇ ਆ ਵੀਨਿੰਗ। ਪਰ 6 ਮਹੀਨੇ ਤੱਕ ਬੱਚੇ ਦੇ ਲਈ ਸਭ ਤੋਂ ਇੰਪੋਰਟੈਂਟ ਹੁੰਦਾ ਮਦਰ ਦੀ ਫੀਡ, ਜਾਣੀ ਕਿ ਬ੍ਰੈਸਟ ਫੀਡਿੰਗ। ਡਿਸਆਰਡਰ ਰਿਲੇਟਡ ਟੂ ਨਿਊਟ੍ਰੀਸ਼ਨ, ਡਿਸਆਰਡਰ ਜਿਹੜਾ ਕਿ ਕੁਪੋਸ਼ਣ ਦੇ ਨਾਲ ਰਿਲੇਟਡ ਆ, ਨਿਊਟ੍ਰੀਸ਼ਨ ਦੇ ਨਾਲ ਰਿਲੇਟਡ ਆ, ਉਹਨੂੰ ਕੀ ਆਖਦੇ ਆ, ਮਾਲ ਨਿਊਟ੍ਰੀਸ਼ਨ। ਮਾਲ ਨਿਊਟ੍ਰੀਸ਼ਨ ਕੀ ਹੁੰਦਾ, ਜਦੋਂ ਕੋਈ ਪਰਸਨ ਸਹੀ ਮਾਤਰਾ ਦੇ ਵਿੱਚ ਜੋ ਪੋਸ਼ਕ ਤੱਤ ਨੇ, ਨਿਊਟ੍ਰੀਐਂਟਸ ਨੇ, ਉਹਨਾਂ ਨੂੰ ਨਹੀਂ ਲੈ ਰਿਹਾ, ਜਾਂ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਲੈ ਰਿਹਾ ਜਿਹਦੇ ਕਰਕੇ ਉਹਨੂੰ ਓਵਰ ਨਿਊਟ੍ਰੀਸ਼ਨ ਹੋ ਰਹੀ ਆ, ਓਬਸਿਟੀ ਹੋ ਰਹੀ ਆ, ਮੋਟਾਪਾ ਆ ਰਿਹਾ, ਤੇ ਜਾਂ ਫਿਰ ਉਹ ਬਹੁਤ ਘੱਟ ਮਾਤਰਾ ਦੇ ਵਿੱਚ ਲੈ ਰਿਹਾ ਜਿਹਦੇ ਕਰਕੇ ਅੰਡਰ ਨਿਊਟ੍ਰੀਸ਼ਨ ਜਾਨੀ ਕੁਆਸੀਓਕਰ ਜਾਂ ਮਰਾਸਮਸ ਵਰਗੀਆਂ ਸਮੱਸਿਆਵਾਂ ਆ ਰਹੀਆਂ। ਠੀਕ ਹੈ ਜੀ, ਤੈਨੂੰ ਅਸੀਂ ਕੀ ਆਖਦੇ ਆ, ਮਾਲ ਨਿਊਟ੍ਰੀਸ਼ਨ। 6th ਕੁਐਸਚਨ ਆਪਣੇ ਕੋਲ, ਵਿਚ ਆਫ ਫੋਲੋਇੰਗ ਡਿਸੀਜ਼ ਇਜ਼ ਕਾਜ਼ਡ ਬਾय ਪ੍ਰੋਟੀਨ એનર્ਜੀ ਮਾਲ ਨਿਊਟ੍ਰੀਸ਼ਨ। ਮੈਂ ਪਹਿਲਾਂ ਵੀ ਦੱਸ ਚੁੱਕੀ ਆ ਆਪਾਂ। ਇਨਫੈਕਟ ਤੁਹਾਡੇ ਲਈ ਬੇਟਾ ਮੈਂ ਬਾਰ-ਬਾਰ ਕਹਿ ਰਹੀ ਹਾਂ, ਜਿੱਥੇ ਵੀ ਤੁਹਾਡੇ ਕੋਲ ਮਾਲ ਨਿਊਟ੍ਰੀਸ਼ਨ ਆਊਗਾ ਉੱਥੇ ਹੀ ਤੁਹਾਡੇ ਕੋਲ ਟਰਮ ਆਊਗੀ PEM। PEM ਮਤਲਬ ਕੀ ਆ, ਪ੍ਰੋਟੀਨ એનર્ਜੀ ਮਾਲ ਨਿਊਟ੍ਰੀਸ਼ਨ। ਪ੍ਰੋਟੀਨ ਦੀ ਕਮੀ ਹੋ ਜਾਂਦੀ ਹੈ ਤੇ ਨਾਲ ਹੀ ਜਿਹੜੀਆਂ ਕੈਲੋਰੀਜ਼ ਨੇ ਉਹ ਵੀ ਇਹਦੇ ਚ ਇਫੈਕਟ ਹੁੰਦੀਆਂ। ਇਸ ਕਰਕੇ ਜਿਹੜਾ ਹੈਗਾ 2 ਬਿਮਾਰੀਆਂ ਮੇਨ, ਕੁਆਸੀਓਕਰ ਤੇ ਮਰਾਸਮਸ। ਠੀਕ ਹੈ, ਹੁਣ ਆਪਣੇ ਕੋਲ ਇੱਥੇ ਕੁਆਸੀਓਕਰ ਨਹੀਂ ਦਿੱਤੀ ਹੋਈ ਤਾਂ ਮਰਾਸਮਸ ਹੀ ਦਿੱਤੀ ਹੋਈ ਆ, ਤਾਂ PEM ਦੇ ਨਾਲ ਆਪਣੇ ਕੋਲ ਜਿਹੜੀ ਰਿਲੇਟਡ ਬਿਮਾਰੀ ਹੈਗੀ ਉਹ ਕਿਹੜੀ ਹੈਗੀ ਆ, ਮਰਾਸਮਸ। ਇੱਥੇ ਦੂਜੀ ਬਿਮਾਰੀ ਜੇ ਕੁਆਸੀਓਕਰ ਹੁੰਦੀ ਤਾਂ ਕੁਆਸੀਓਕਰ ਵੀ ਇਹਦਾ ਆਨਸਰ ਹੋਣਾ ਸੀ। ਗਿਲਡ ਰੋਗ ਆ ਜਿਹੜਾ ਆਇਓਡੀਨ ਦੀ ਕਮੀ ਦੇ ਨਾਲ ਹੁੰਦਾ। ਟਿਊਬਰਕਲੋਸਿਸ ਤੇ ਐਂਜੀਨਾ ਜਿਹੜੀਆਂ ਅਲੱਗ ਤਰ੍ਹਾਂ ਦੀਆਂ ਡਿਸੀਜ਼ਸ ਨੇ। ਠੀਕ ਹੈ ਜੀ, ਬਟ ਸਾਨੂੰ ਜਿਹੜੀ ਪ੍ਰੋਟੀਨ ਦੀ ਕਮੀ ਕਰਕੇ ਬਿਮਾਰੀ ਹੁੰਦੀ ਹੈਗੀ ਆ ਉਹ ਕਿਹੜੀ ਹੁੰਦੀ ਆ, ਮਰਾਸਮਸ ਐਂਡ ਕੁਆਸੀਓਕਰ। ਠੀਕ ਹੈ ਜੀ, 7th ਕੁਐਸਚਨ ਆਪਣੇ ਕੋਲ, फाइनल कीटोन यूरिया।
is a genetic disorder impairing of metabolism। देखो पहला ਤਾਂ ना ਜਿਹੜਾ ਫਾਈਨਲ ਕੀਟੋਨ यूरिया है ਇਹ ਕਿਹਦੇ ਨਾਲ ਰਿਲੇਟਡ ਆ ਸਾਡੇ ਅਮੀਨੋ ਐਸਿਡਸ ਦੇ ਨਾਲ। ਅਮੀਨੋ ਐਸਿਡ ਕੀ ਹੁੰਦੇ ਆ ਸਾਡੀ ਜਿਹੜੀ ਮੈਟਾਬਾਇਲਿਜ਼ਮ ਪ੍ਰੋਸੈਸ ਹੈ ਨਾ ਅਜੇ ਤੁਹਾਡਾ ਕਾਫੀ ਬੱਚਿਆਂ ਦਾ ਜਿਹੜੇ ਐਨਟੀਟੀ ਵਾਲੇ ਨੇ ਉਹਨਾਂ ਦਾ ਹੋਇਆ ਨਿਊਟ੍ਰੀਸ਼ਨ ਵਾਲਾ ਪੋਰਸ਼ਨ। ਨਿਊਟ੍ਰੀਸ਼ਨ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਨਾ ਮੈਟਾਬਾਇਲਿਜ਼ਮ ਵੀ ਆਉਂਦੀ ਆ। ਮੈਟਾਬਾਇਲਿਜ਼ਮ ਕੀ ਹੁੰਦਾ ਜਿਹੜਾ ਆਪਾਂ ਬਾਰ-ਬਾਰ ਗੱਲ ਕਰਦੇ ਆ ਕਿ ਫੂਡ ਲੈਨੇ ਆ ਫੂਡ ਤੋਂ ਸਾਨੂੰ એનર્ਜੀ ਮਿਲਦੀ ਆ ਉਹ એનર્ਜੀ ਹੀ ਸਾਡੇ ਲਈ ਇੰਪੋਰਟੈਂਟ ਆ ਬਟ ਉਸ ਫੂਡ ਤੋਂ એનર્ਜੀ ਪੈਦਾ ਕਰਨ ਦੀ ਜਿਹੜੀ ਪ੍ਰੋਸੈਸ ਹੈਗੀ ਆ ਉਹ ਕੀ ਹੁੰਦੀ ਆ ਮੈਟਾਬਾਇਲਿਜ਼ਮ। ਤੇ ਮੈਟਾਬਾਇਲਿਜ਼ਮ ਦੇ ਵਿੱਚ ਅਮੀਨੋ ਐਸਿਡ ਬੜੇ ਹੀ ਇੰਪੋਰਟੈਂਟ ਹੁੰਦੇ ਆ ਠੀਕ ਹੈ। ਤਾਂ ਜਿਹੜੀ ਅਮੀਨੋ ਐਸਿਡ ਦੀ ਡੈਫੀਸ਼ੀਐਂਸੀ ਦੇ ਨਾਲ ਰਿਲੇਟਡ ਆਪਣੇ ਕੋਲ ਫਾਈਨਲ ਕੀਟੋਨ यूरिया ਤਾਂ ਇੱਥੇ ਆਪਣੇ ਕੋਲ ਕਿਹਦੇ ਨਾਲ ਸੰਬੰਧਿਤ ਹੋ ਗਿਆ ਫਿਰ ਅਮੀਨੋ ਐਸਿਡ ਠੀਕ ਹੈ। ਅਮੀਨੋ ਐਸਿਡ ਦੇ ਨਾਲ ਰਿਲੇਟ ਕਰਦੀ ਆ ਆਪਣੀ ਫਾਈਨਲ ਕੀਟੋਨ यूरिया। ਇਹ ਜੈਨੇਟਿਕ ਬਿਮਾਰੀ ਹੁੰਦੀ ਆ ਫਾਈਨਲ ਕੀਟੋਨ यूरिया ਜਿਸ ਚ ਮੈਟਾਬਾਇਲਿਜ਼ਮ ਦੀ ਪ੍ਰੋਸੈਸ ਅਮੀਨੋ ਐਸਿਡ ਦੇ ਕਰਕੇ ਆ ਜਿਹੜੀ ਉਹ ਸਹੀ ਤਰ੍ਹਾਂ ਨਹੀਂ ਹੋ ਪਾਉਂਦੀ। 8th ਆਪਣੇ ਕੋਲ ਕਾਮਨ ਬੋਥ ਅਕਿਊਟ ਐਂਡ ਕ੍ਰੋਨਿਕ ਮਾਲ ਨਿਊਟ੍ਰੀਸ਼ਨ। ਤਾਂ ਜਿਹੜੀ ਕ੍ਰੋਨਿਕ ਤੇ ਕ੍ਰੋਨਿਕ ਤੇ ਅਕਿਊਟ ਦੋਨੋਂ ਮਾਲ ਨਿਊਟ੍ਰੀਸ਼ਨ ਨੇ ਦੋਨੋਂ ਹੀ ਕਿਹਦੇ ਨਾਲ ਸੰਬੰਧਿਤ ਆ ਇਹਨੂੰ ਧਿਆਨ ਚ ਰੱਖੋ। ਤੁਹਾਨੂੰ ਕਲਾਸ ਦੇ ਵਿੱਚ ਮੈਂ ਵੇਸਟਿੰਗ ਸਟੰਟਿੰਗ ਤੇ ਅੰਡਰਵੇਟ ਦੀ ਗੱਲ ਕੀਤੀ ਸੀ ਆਪਾਂ ਹਨਾ। ਵੇਸਟਿੰਗ ਕੀ ਹੁੰਦੀ ਆ ਜਦੋਂ ਕੱਦ ਦੇ ਅਨੁਸਾਰ ਭਾਰ ਘੱਟ ਹੁੰਦਾ ਹਨਾ। ਜਦੋਂ ਕਿਸੇ ਬੱਚੇ ਦਾ ਕੱਦ ਦੇ ਅਨੁਸਾਰ ਭਾਰ ਘੱਟ ਹੁੰਦਾ ਤਾਂ ਉਹਨੂੰ ਆਪਾਂ ਕੀ ਆਖਦੇ ਹੈਗੇ ਆ ਵੇਸਟਿੰਗ। ਤੇ ਜਦੋਂ ਸਾਡਾ ਉਮਰ ਦੇ ਅਨੁਸਾਰ ਭਾਰ ਘੱਟ ਹੁੰਦਾ ਹਨਾ ਤਾਂ ਉਹਨੂੰ ਅਸੀਂ ਕੀ ਆਖਦੇ ਆ ਸਟੰਟਿੰਗ। ਤੇ ਜਿਹੜੀ ਅਕਿਊਟ ਤੇ ਕ੍ਰੋਨਿਕ ਆ ਜਿੱਥੇ ਵੀ ਅਕਿਊਟ ਤੇ ਕ੍ਰੋਨਿਕ ਮਾਲ ਨਿਊਟ੍ਰੀਸ਼ਨ ਲਿਖਿਆ ਹੋਵੇ ਉੱਥੇ ਸਟੰਟਿੰਗ ਦੇ ਨਾਲ ਰਿਲੇਟਡ ਆ ਜਿਹਦੇ ਚ ਬੱਚੇ ਦਾ ਭਾਰ ਜਿਹੜਾ ਹੈਗਾ ਬਹੁਤ ਜ਼ਿਆਦਾ ਘਟਣ ਲੱਗ ਜਾਂਦਾ ਉਮਰ ਦੇ ਅਕੋਰਡਿੰਗ ਉਹਦਾ ਸਹੀ weight ਨਹੀਂ ਹੁੰਦਾ ਠੀਕ ਹੈ। ਤਾਂ ਜਿੰਨੀ ਉਮਰ ਦੇ ਅਕੋਰਡਿੰਗ ਸਹੀ weight ਹੋਣਾ ਚਾਹੀਦਾ ਉਹ ਬੱਚੇ ਦਾ ਨਹੀਂ ਹੁੰਦਾ ਤਾਂ ਉਸ ਸਿਚੁਏਸ਼ਨ ਦੇ ਵਿੱਚ ਅਸੀਂ ਆਖਦੇ ਹਾਂ ਕਿ ਕਿਸੇ ਵੀ ਜੋ ਬੱਚਾ ਹੈ ਉਹਦੇ ਵਿੱਚ ਬੇਸਿਕਲੀ ਜਿਹੜਾ ਹੈ ਸਟੰਟਿੰਗ ਦੇ ਨਾਲ ਰਿਲੇਟਡ ਇਹ ਪ੍ਰੋਬਲਮ ਹੋਊਗੀ ਕਿਹੜੀ ਸਵੀਅਰ ਐਂਡ ਕ੍ਰੋਨਿਕ ਐਂਡ ਅਕਿਊਟ ਮਾਲ ਨਿਊਟ੍ਰੀਸ਼ਨ ਠੀਕ ਹੈ ਜੀ। 9th ਆਪਣੇ ਕੋਲ when a person goes hungry for a long period ਜੇ ਕੋਈ ਪਰਸਨ ਬਹੁਤ ਲੰਬਾ ਟਾਈਮ ਹੰਗਰੀ ਰਹਿੰਦਾ ਕਈ ਸਾਲ ਹੰਗਰੀ ਰਹਿੰਦਾ ਪਹਿਲਾਂ ਤਾਂ ਇੰਨੇ ਸਾਲ ਬਿਨਾਂ ਭੋਜਨ ਦੇ ਰਹਿਣਾ ਬਹੁਤ ਔਖਾ ਕੰਮ ਆ ਹਨਾ। ਤਾਂ ਉਹਦੇ ਵਿੱਚ ਕੀ ਚੀਜ਼ ਹੋ ਜੂਗੀ ਸਟੰਟਡ ਹੋ ਜੂਗਾ ਜਾਨੀ ਕਿ ਉਹਦਾ ਭਾਰ ਘਟਣ ਲੱਗ ਜੂਗਾ ਠੀਕ ਹੈ। ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨਹੀਂ ਰਹਿਣੀ ਉਹਦੇ ਚ ਜ਼ਿਆਦਾ ਬਿਮਾਰੀਆਂ ਲੱਗਣਗੀਆਂ ਇਮਿਊਨਿਟੀ ਵੀਕ ਹੋ ਜੂਗੀ ਤੇ ਉਹਦਾ ਬ੍ਰੇਨ ਵੀ ਇਫੈਕਟ ਹੋਊਗਾ। ਇਹ ਅਸੀਂ ਕਲਾਸ ਦੇ ਵਿੱਚ ਕਰ ਚੁੱਕੇ ਹਾਂ ਨਾ ਇਫੈਕਟਸ ਦੇ ਵਿੱਚ ਕਿ ਕਿਸੇ ਵੀ ਬੱਚੇ ਦਾ ਜਿਹੜਾ ਹੈਗਾ ਦਿਮਾਗ ਨੂੰ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਸਾਡੀਆਂ ਜਿਹੜੀਆਂ ਇਹ ਮਾਲ ਨਿਊਟ੍ਰੀਸ਼ਨ ਹੈਗੀ ਆ ਨਾ। ਕਾਫੀ ਸਾਰੀਆਂ ਸਾਨੂੰ ਜਿਹੜੀਆਂ ਦਿਮਾਗੀ ਬਿਮਾਰੀਆਂ ਕਿਉਂਕਿ ਭੋਜਨ ਆ ਜਿਹੜਾ ਸਾਨੂੰ ਪ੍ਰੋਪਰ ਵਰਕ ਕਰਨ ਦੇ ਵਿੱਚ ਹੈਲਪ ਕਰਦਾ। ਜਿੰਨਾ ਚੰਗਾ ਸਾਡਾ ਆਪਾਂ ਪੜਿਆ ਕਿ ਚੰਗੇ ਜਿਹੜਾ ਸਰੀਰ ਹੈਗਾ ਉਹਦੇ ਵਿੱਚ ਹੀ ਚੰਗਾ ਮਨ ਆ ਜਿਹੜਾ ਉਹ ਵਿਕਸਿਤ ਹੋਊਗਾ ਹਨਾ। ਤਾਂ ਇਹਦਾ ਮਤਲਬ ਕੀ ਆ ਸਾਡੇ ਲਈ ਅੱਛੀ ਬੋਡੀ ਦਾ ਹੋਣਾ ਅੱਛੀ ਡਾਈਟ ਦਾ ਹੋਣਾ ਬਹੁਤ ਜ਼ਰੂਰੀ ਹੈ। ਤਾਂ ਤਿੰਨੋਂ ਚੀਜ਼ਾਂ ਹੀ ਨੇ ਇੱਥੇ ਠੀਕ ਹੈ। ਭਾਰ ਵੀ ਘਟੂਗਾ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਵੀਕ ਹੋ ਜਾਂਦੀ ਹੈ ਕਿਸੇ ਪਰਸਨ ਦੀ ਤੇ ਬ੍ਰੇਨ ਫੰਕਸ਼ਨਿੰਗ ਵੀ ਆਪਣੀ ਇੱਥੇ ਇਫੈਕਟ ਹੁੰਦੀ ਹੈ। ਮੋਸਟ ਅੰਡਰਵੇਟ ਚਿਲਡਰਨ ਲਿਵ ਇਨ ਸਭ ਤੋਂ ਜ਼ਿਆਦਾ ਜਿਹੜੇ ਅੰਡਰਵੇਟ ਚਿਲਡਰਨ ਨੇ ਉਹ ਕਿੱਥੇ ਰਹਿੰਦੇ ਨੇ ਜੀ ਏਸ਼ੀਆ ਦੇ ਵਿੱਚ ਠੀਕ ਹੈ। ਏਸ਼ੀਆ ਦੇ ਵਿੱਚ ਜੇ ਅਸੀਂ ਮੰਨ ਕੇ ਚੱਲਦੇ ਆ ਕਾਫੀ ਜ਼ਿਆਦਾ ਜਿਹੜੀ ਹੈਗੀ ਅੰਡਰ ਨਿਊਟ੍ਰੀਸ਼ਨ ਦੇ ਕਰਕੇ ਖਾਸ ਕਰਕੇ ਓਵਰਆਲ ਵੀ ਪੂਰਾ ਗਲੋਬਲੀ ਵੀ ਦੇਖੀਏ ਤਾਂ 45% ਜਿਹੜੀਆਂ ਡੈਥ ਨੇ ਉਹ ਅੰਡਰਵੇਟ ਦੇ ਕਾਰਨ ਆ ਜਿਹੜੇ ਬੱਚਿਆਂ ਦੇ ਵਿੱਚ ਅੰਡਰ ਨਿਊਟ੍ਰੀਸ਼ਨ ਦੇ ਕਾਰਨ ਜਾਂ ਆਪਾਂ ਕਹੀਏ ਅੰਡਰਵੇਟ ਦੀ ਸਿਚੁਏਸ਼ਨ ਦੇ ਵਿੱਚ ਹੋ ਰਹੀਆਂ ਕਾਫੀ ਸਾਰੀਆਂ ਡੈਥ ਨੇ ਜਿਹੜੇ ਉਹ ਡਾਟਾ ਨੇ ਜਿਹੜੇ ਦਿਨ ਬਾ ਦਿਨ ਹਨਾ ਆਪਣੇ ਕੋਲ ਰਿਸੀਵ ਹੋ ਰਹੇ ਆ। ਤਾਂ ਜਿਹੜੀ ਅੰਡਰਵੇਟ ਹੈਗੀ ਆ ਉਹ ਸਭ ਤੋਂ ਜ਼ਿਆਦਾ ਕਿੱਥੇ ਪਾਇਆ ਜਾ ਰਿਹਾ ਹੈਗਾ ਏਸ਼ੀਆ ਦੇ ਵਿੱਚ ਠੀਕ ਹੈ। ਵੈਸੇ ਜੇ ਕੁਆਸੀਓਕਰ ਬਿਮਾਰੀ ਬਾਰੇ ਪੁੱਛੇ ਤਾਂ ਸਭ ਤੋਂ ਪਹਿਲਾਂ ਕਿੱਥੇ ਆਈ ਸੀਗੀ ਸਾਊਥ ਅਫਰੀਕਾ ਦੇ ਵਿੱਚ ਠੀਕ ਹੈ। ਸਾਊਥ ਅਫਰੀਕਾ ਦੇ ਸਭ ਤੋਂ ਪਹਿਲਾਂ ਕੁਆਸੀਓਕਰ ਜਾਨੀ ਕਿ ਮਾਲ ਨਿਊਟ੍ਰੀਸ਼ਨ ਦੀ ਪੀਐਮ ਦੀ ਸਮੱਸਿਆ ਸਭ ਤੋਂ ਪਹਿਲਾਂ ਦੇਖੀ ਗਈ ਸੀ। ਨੈਕਸਟ ਆਪਣੇ ਕੋਲ the people most at the risk of malnutrition ਸਭ ਤੋਂ ਜ਼ਿਆਦਾ ਕੁਪੋਸ਼ਣ ਦੀ ਸਮੱਸਿਆ ਕਿੰਨਾ ਚ ਹੁੰਦੀ ਹੈ। ਦੇਖੋ ਹਮੇਸ਼ਾ ਹੀ ਨਾ ਇਹ ਹੁੰਦਾ ਕਿ ਕਾਫੀ ਸਾਰੀਆਂ ਬਿਮਾਰੀਆਂ ਐਵੇਂ ਦੀਆਂ ਹੁੰਦੀਆਂ ਕਾਫੀ ਸਾਰੀਆਂ ਸਿਚੁਏਸ਼ਨ ਐਵੇਂ ਦੀਆਂ ਹੁੰਦੀਆਂ ਜਿੱਥੇ ਕਿ ਸਾਨੂੰ ਜਿੰਨਾ ਨਾਰਮਲ ਸਿਚੁਏਸ਼ਨ ਦੇ ਵਿੱਚ ਨਿਊਟ੍ਰੀਸ਼ਨ ਚਾਹੀਦੀ ਆ ਜਿੰਨੀਆਂ ਕੈਲਰੀਜ਼ ਨਾਰਮਲ ਡੇਲੀ ਲਾਈਫ ਦੇ ਵਿੱਚ ਚਾਹੀਦੀਆਂ ਉਸ ਤੋਂ ਵੀ ਜ਼ਿਆਦਾ ਕੈਲਰੀਜ਼ ਦੀ ਲੋੜ ਹੁੰਦੀ ਆ ਠੀਕ ਹੈ। ਇਸ ਕਰਕੇ ਕਾਫੀ ਸਾਰੇ ਜਿਹੜੇ ਪੀਪਲ ਨੇ ਜਿਨ੍ਹਾਂ ਨੂੰ ਅਸੀਂ ਇਸ ਕੈਟਾਗਰੀ ਦੇ ਵਿੱਚ ਰੱਖਦੇ ਆ ਜਿਨ੍ਹਾਂ ਨੂੰ ਜ਼ਿਆਦਾ ਰਿਸਕ ਹੁੰਦਾ ਮਾਲ ਨਿਊਟ੍ਰੀਸ਼ਨ ਦਾ
ਜਿਹਦੇ ਚ ਸਭ ਤੋਂ ਪਹਿਲਾਂ ਆਉਣਗੇ ਚਿਲਡਰਨ, ਇਹਨਾਂ ਨੂੰ ਜ਼ਿਆਦਾ ਨਿਊਟ੍ਰੀਸ਼ਨ, ਪ੍ਰੋਪਰ ਨਿਊਟ੍ਰੀਸ਼ਨ ਦੀ ਲੋੜ ਆ। ਦੈਨ ਪੀਪਲ, ਜਿਹੜੇ ਵਿਚਾਰੇ ਗਰੀਬ ਲੋਕ ਨੇ, ਜਿਹੜੇ ਅਫੋਰਡ ਨਹੀਂ ਕਰ ਪਾਉਂਦੇ ਪ੍ਰੋਪਰ ਨਿਊਟ੍ਰੀਸ਼ਨ, ਉਹਨਾਂ ਨੂੰ ਸਮੱਸਿਆ। ਤੇ ਜਿਹੜੀਆਂ ਡਿਵੈਲਪਿੰਗ ਕੰਟਰੀਜ਼ ਨੇ, ਡਿਵੈਲਪਡ ਨਹੀਂ, ਜਿਹੜੀਆਂ ਡਿਵੈਲਪਡ ਹੋ ਚੁੱਕੀਆਂ ਨੇ, ਉਹਨਾਂ ਦੇ ਵਿੱਚ ਮਾਲ ਨਿਊਟ੍ਰੀਸ਼ਨ ਦੀ ਸਮੱਸਿਆ ਉਨੀ ਨਹੀਂ ਦੇਖੀ ਜਾਂਦੀ ਜਿੰਨੀਆਂ ਕਿ ਜਿਹੜੀਆਂ ਵਿਕਾਸ ਦੇ ਦੌਰ ਦੇ ਵਿੱਚ ਨੇ, ਹਜੇ ਜੋ ਵਿਕਾਸ ਕਰ ਰਹੀਆਂ ਨੇ ਹਜੇ, ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਸਮੱਸਿਆ ਦੇਖੀ ਜਾ ਰਹੀ ਹੈ। ਤੇ ਖਾਸ ਕਰਕੇ ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਨੇ ਤੇ ਲੈਕਟੇਟਿੰਗ ਵੂਮੈਨਸ ਨੇ, ਲੈਕਟੇਟਿੰਗ ਵੂਮੈਨ ਹੁੰਦੀਆਂ ਜਿਹੜੀਆਂ ਦੁੱਧ ਚੁਗਾਉਂਦੀਆਂ ਮਾਵਾਂ ਨੇ, ਹਨਾ, ਤਾਂ ਉਹਨਾਂ ਵਿੱਚ ਜ਼ਿਆਦਾ ਸਮੱਸਿਆ ਦੇਖੀ ਜਾਂਦੀ ਹੈ। ਖਾਸ ਕਰਕੇ ਜਦੋਂ ਲੇਡੀ ਪ੍ਰੈਗਨੈਂਟ ਹੁੰਦੀ ਹੈ ਤਾਂ ਉਹਨੂੰ ਜ਼ਿਆਦਾ ਨਿਊਟ੍ਰੀਸ਼ਨ ਦੀ ਲੋੜ ਹੈਗੀ ਆ, ਲੈਕਟੇਟਿੰਗ ਹੋਣ ਤੇ ਵੀ ਉਹਨੂੰ ਜ਼ਿਆਦਾ, ਕਿਉਂਕਿ ਬੱਚਾ ਫੀਡ ਲੈ ਰਿਹਾ ਤੇ ਇਸ ਕਰਕੇ ਮਦਰ ਨੂੰ ਜ਼ਿਆਦਾ ਫੀਡ ਦੀ ਲੋੜ ਆ। ਤੇ ਇਸ ਕਰਕੇ ਆਪਣੇ ਕੋਲੇ ਸਾਰੀਆਂ ਸਿਚੁਏਸ਼ਨ ਦੇ ਵਿੱਚ ਹੀ ਰਿਸਕ ਫੈਕਟਰ ਆ ਕਿ ਇਹਨਾਂ ਨੂੰ ਜ਼ਿਆਦਾ ਚਾਂਸ ਹੁੰਦੇ ਆ ਮਾਲ ਨਿਊਟ੍ਰੀਸ਼ਨ ਦੀ ਸਮੱਸਿਆ ਹੋਣ ਦੇ। ਦੈਨ ਹੈ ਮਾਲ ਨਿਊਟ੍ਰੀਸ਼ਨ ਕੈਨ ਬੀ ਕਾਜ਼ਡ ਬਾਈ, ਮਾਲ ਨਿਊਟ੍ਰੀਸ਼ਨ ਦਾ ਕਾਰਨ ਕੀ ਆ? ਮਾਲ ਨਿਊਟ੍ਰੀਸ਼ਨ ਦਾ ਕਾਰਨ ਹਾਊਸ ਹੋਲਡ ਫੂਡ ਸਿਕਿਉਰਿਟੀ ਆ, ਸਾਡੇ ਕੋਲ ਘਰ ਦੇ ਵਿੱਚ ਭੋਜਨ ਹੀ ਹੈ ਨਹੀਂ, ਹਨਾ, ਇਹ ਵੀ ਇੱਕ ਕਾਰਨ ਆ। ਗਰੀਬੀ, ਮਤਲਬ ਕਿ PEM ਆ ਜਿਹੜਾ ਪ੍ਰੋਟੀਨ એનર્ਜੀ ਮਾਲ ਨਿਊਟ੍ਰੀਸ਼ਨ ਆ, ਆਪਾਂ ਬਹੁਤ ਵਾਰ ਕਰ ਚੁੱਕੇ ਆ। ਜਿਨ੍ਹਾਂ ਨੂੰ ਪ੍ਰੋਟੀਨ ਦੀ ਕਮੀ ਹੋਣ ਲੱਗ ਜਾਏ ਉਹਨਾਂ ਦੇ ਵਿੱਚ ਵੀ ਕੁਪੋਸ਼ਣ ਹੋਊਗਾ। ਪੂਅਰ ਸੈਨੀਟੇਸ਼ਨ ਆ ਤੇ ਪਬਲਿਕ ਹੈਲਥ ਸਰਵਿਸਿਜ਼ ਨਹੀਂ ਹੈਗੀਆਂ। ਜੇ ਸਾਨੂੰ ਕੋਈ ਗਾਈਡ ਕਰਨ ਵਾਲਾ ਹੀ ਨਹੀਂ ਹੈਗਾ, ਮੰਨ ਲਓ ਕਿਸੇ ਪਰਸਨ ਦੇ ਵਿੱਚ ਵੀਕਨੈਸ ਹੋ ਰਹੀ ਆ, ਅਨੀਮੀਆ ਵਗੈਰਾ ਦੀ ਸਮੱਸਿਆ ਆ ਰਹੀ ਆ, ਖੂਨ ਦੀ ਕਮੀ ਆ ਰਹੀ ਆ, ਕੁਆਸੀਓਕਰ ਵਗੈਰਾ ਸਮੱਸਿਆ, ਜੇ ਡਾਕਟਰ ਬਹੁਤ, ਸਾਡੀ ਹੈਲਥ ਸਰਵਿਸਿਜ਼ ਸਾਨੂੰ ਇਸ ਤਰੀਕੇ ਨਾਲ ਪ੍ਰੋਵਾਈਡ ਹੋ ਜਾਣ ਕਿ ਆਪਾਂ ਨੂੰ ਸ਼ੁਰੂਆਤੀ ਦੌਰ 'ਚ ਪਤਾ ਲੱਗ ਜਾਏ ਕਿ ਕੁਪੋਸ਼ਣ ਹੋ ਰਿਹਾ, ਤਾਂ ਉਹ 'ਚ ਸੁਧਾਰ ਕੀਤਾ ਜਾ ਸਕਦਾ। ਬਟ ਸਾਡੇ ਕਮੀਆਂ ਨੇ, ਇਸ ਕਰਕੇ ਆਪਣੇ ਕੋਲੇ ਸਾਰੇ ਇਹਦੇ ਆਨਸਰ ਬਣਨਗੇ। ਤਾਂ ਆਪਣੇ ਕੋਲ ਇੱਥੇ ਆਨਸਰ ਕੀ ਹੈ? ਆਲ ਆਫ above, ਠੀਕ ਹੈ ਜੀ। ਦੈਨ ਨੈਕਸਟ ਆਪਣੇ ਕੋਲ ਇੰਡੀਆ ਰੈਂਕ ਇਨ ਗਲੋਬਲ ਹੰਗਰ ਇੰਡੈਕਸ। ਗਲੋਬਲ ਹੰਗਰ ਇੰਡੈਕਸ ਆਪਾਂ ਕਲਾਸ ਦੇ ਵਿੱਚ ਕੀਤਾ ਸੀਗਾ, ਤਾਂ ਗਲੋਬਲ ਹੰਗਰ ਇੰਡੈਕਸ ਦੇ ਵਿੱਚ ਭਾਰਤ ਦਾ ਕਿੰਨਵਾਂ ਸਥਾਨ ਹੈਗਾ? ਭਾਰਤ 94ਵੇਂ ਸਥਾਨ ਤੇ ਆ ਚੁੱਕਿਆ। ਟੋਟਲ 107 ਕੰਟਰੀਆਂ ਦੀ ਲਿਸਟ ਹੁੰਦੀ ਹੈ ਇਹ। ਇਹਨਾਂ ਵਿੱਚੋਂ 2019 ਦੇ ਵਿੱਚ ਭਾਰਤ 102ਵੇਂ ਰੈਂਕ ਤੇ ਸੀਗੇ, ਤੇ ਇਸ ਵਾਰ 2020 ਦੇ ਵਿੱਚ ਜਿਹੜਾ ਹੈਗਾ 94ਵੇਂ ਰੈਂਕ ਤੇ ਆ। ਜਦੋਂ ਲੇਟੈਸਟ ਡਾਟਾ ਆ ਜਾਊਗਾ ਤਾਂ ਉਦੋਂ ਆਪਾਂ ਇਹਦੇ ਬਾਰੇ ਵੀ ਡਿਸਕਸ ਕਰਾਂਗੇ। 14 ਹੈਗਾ ਵਟ ਇਜ਼ ਦਾ ਰਾਈਟ ਅਬਾਊਟ ਪੋਸ਼ਣ ਗਿਆਨ। ਬੇਟਾ ਜਿਹੜੇ ਹੁਣ ਆ ਰਹੇ ਆ ਖਾਸ ਤੌਰ ਤੇ ਤੁਹਾਡੇ ਕਰੰਟ ਨੇ, ਠੀਕ ਹੈ। ਜਦੋਂ ਵੀ ਤੁਹਾਡਾ ਕੋਈ ਪੇਪਰ ਹੁੰਦਾ ਉਹਦੇ 'ਚ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ ਆ ਕਿ ਜਿਹੜੀਆਂ ਜੋ ਵੀ ਟੌਪਿਕ ਆ ਉਹਦੇ 'ਚ ਲੇਟੈਸਟ ਕੀ ਹੋ ਰਿਹਾ ਉਹਦੇ 'ਚੋਂ ਕੁਐਸਚਨ ਆਉਣ ਦੀ ਸੰਭਾਵਨਾ ਕਾਫੀ ਹੁੰਦੀ ਆ। ਤੇ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਮੈਂ ਤੁਹਾਨੂੰ ਉਹ ਪ੍ਰੋਵਾਈਡ ਕਰਾਂ ਜਿਹਦੇ 'ਚ ਮੈਨੂੰ ਜ਼ਿਆਦਾ ਚਾਂਸ ਆ, ਖਾਸ ਕਰਕੇ ਜੋ ਸਬਜੈਕਟ ਮੈਂ ਤੁਹਾਨੂੰ ਟੀਚ ਕਰ ਰਹੀ ਹਾਂ, ਹਨਾ। ਤਾਂ ਇਸ ਕਰਕੇ ਮੇਰੇ ਵੱਲੋਂ ਕੋਸ਼ਿਸ਼ ਬੈਸਟ ਰਹੂਗੀ ਕਿ ਮੈਂ ਹਰ ਇੱਕ ਚੀਜ਼ ਤੁਹਾਨੂੰ ਕਵਰ ਕਰਵਾਵਾਂ। ਇੱਥੇ ਵੀ ਉਹੀ ਆ ਕਿ ਮੈਂ ਇੱਥੇ ਕੁਝ ਜਿਹੜੀਆਂ ਲੇਟੈਸਟ ਚੀਜ਼ਾਂ ਨੇ ਉਹ ਡਾਟਾ ਨੂੰ ਇੱਥੇ ਸ਼ਾਮਲ ਕੀਤਾ ਹੋਇਆ, ਠੀਕ ਹੈ। 14 ਆਪਣੇ ਕੋਲ ਵਟ ਇਜ਼ ਦਾ ਰਾਈਟ ਅਬਾਊਟ ਪੋਸ਼ਣ ਗਿਆਨ। ਪਹਿਲਾਂ ਤਾਂ ਜਿਹੜਾ ਪੋਸ਼ਣ ਗਿਆਨ ਹੈ ਲੇਟੈਸਟਲੀ ਹੀ ਲਾਂਚ ਕੀਤਾ ਗਿਆ 2021 ਚ ਬਾਈ ਨਰਿੰਦਰ ਮੋਦੀ, ਠੀਕ ਹੈ। ਲਾਂਚ ਕਿਹਨੇ ਕੀਤਾ ਸੀਗਾ? ਨੀਤੀ ਆਯੋਗ। ਤੁਹਾਨੂੰ ਵੀ ਪਤਾ ਹੋਊਗਾ ਨੀਤੀ ਆਯੋਗ ਆਪਣੇ ਕੋਲ ਕੀ ਹੈਗਾ, ਆਪਣੇ ਕੋਲ ਨੈਸ਼ਨਲ ਟਰਾਂਸਫਾਰਮੇਸ਼ਨ ਦੇ ਲਈ ਇੱਕ ਇੰਸਟੀਟਿਊਸ਼ਨ ਬਣਾਇਆ ਗਿਆ, ਹਨਾ। ਆਯੋਗ ਜੀ ਦਾ ਪੁਰਾਣਾ ਨਾਮ ਕੀ ਸੀਗਾ? ਪਲੈਨਿੰਗ ਕਮਿਸ਼ਨ, ਹਨਾ। ਤਾਂ ਜਿਹੜਾ ਇਹ ਨੀਤੀ ਕਮਿਸ਼ਨ ਆਯੋਗ ਆ ਉਹ ਭਾਰਤ ਦੇ ਵਿੱਚ ਕਰਦਾ ਕਿ ਨੀਤੀਆਂ ਬਣਾਉਂਦਾ, ਠੀਕ ਹੈ, ਜਿਹਦਾ ਚੇਅਰਮੈਨ ਕੀ ਹੁੰਦਾ? ਸਾਡਾ PM। ਇਸ ਕਰਕੇ ਮੈਂ ਇੱਥੇ ਮੋਦੀ ਜੀ ਦਾ ਨਾਮ ਲਿਆ, ਠੀਕ ਹੈ। ਤਾਂ ਇਹ ਕਿਹਦੇ ਦੁਆਰਾ ਬਣਾਇਆ ਗਿਆ ਹੈਗਾ? ਨੀਤੀ ਆਯੋਗ ਦੇ ਦੁਆਰਾ। ਇਟ ਇਜ਼ ਅ ਨੈਸ਼ਨਲ ਡਿਜੀਟਲ ਰਿਪੋਰਟਰੀ ਆ ਜਿਹਨੇ ਕਿ ਹੈਲਥ ਤੇ ਨਿਊਟ੍ਰੀਸ਼ਨ ਦੇ ਫੀਲਡ ਦੇ ਵਿੱਚ ਕੰਮ ਕਰਨਾ, ਠੀਕ ਹੈ। ਤਾਂ ਡਿਜੀਟਲ ਵੇ ਦੇ ਨਾਲ ਹੈਲਥ ਤੇ ਨਿਊਟ੍ਰੀਸ਼ਨ, ਪੋਸ਼ਣ ਦੋਨਾਂ ਫੀਲਡ ਦੇ ਵਿੱਚ ਕੰਮ ਕਰੂਗਾ। ਪੋਸ਼ਣ ਗਿਆਨ ਐਕਸੈਸੀਬਲ ਹੋਊਗਾ ਜਿਹਦੇ ਰਾਹੀਂ ਜਿਹੜੇ ਹੈਗੇ ਆ ਅਸੀਂ ਨਿਊਟ੍ਰੀਸ਼ਨ ਫੀਲਡ ਦੇ ਵਿੱਚ ਕੀ ਵਾਪਰ ਰਿਹਾ, ਕੀ ਨਵੀਆਂ ਚੀਜ਼ਾਂ ਆ ਰਹੀਆਂ, ਕੀ ਸਿਚੁਏਸ਼ਨ ਆ, ਉਹਦੇ ਬਾਰੇ ਪਤਾ ਕਰ ਸਕਾਂਗੇ, ਠੀਕ ਹੈ ਜੀ। ਤਾਂ ਇਹ ਤੁਹਾਡਾ ਕਰੰਟ ਆ। ਨੈਕਸਟ ਵੀ ਆਪਣੇ ਕੋਲ ਜਿੰਨੇ ਮੈਂ ਕਰੂੰਗੀ ਤੁਹਾਡੇ ਕਰੰਟ ਨੇ, ਕਿਉਂਕਿ ਮੇਨ ਜਿਹੜਾ ਡਾਟਾ ਹੈਗਾ ਤੁਸੀਂ ਮੇਰੇ ਨਾਲ ਥਿਊਰੀ ਕਲਾਸਿਸ ਦੇ ਵਿੱਚ ਕਰ ਚੁੱਕੇ ਹੋ, ਹਨਾ। ਜਿਹੜੀਆਂ ਉਹ ਵੀ ਸਾਰੀ ਇਨਫੈਕਟ ਇਹ ਸੋਚ ਲਓ ਕਿ ਮੈਂ ਜੋ ਤੁਹਾਨੂੰ ਕਰਾਉਣੀ ਆ ਉਹ ਇੱਕ ਲਾਈਨ ਇੰਪੋਰਟੈਂਟ ਹੁੰਦੀ ਆ, ਕਿਉਂਕਿ ਮੈਂ ਤੁਹਾਨੂੰ ਵੇਸਟ ਕੋਈ ਚੀਜ਼ ਨਹੀਂ ਕਰਵਾ ਰਹੀ ਕਲਾਸ ਦੇ ਵਿੱਚ ਵੀ। ਤਾਂ ਮੈਂ ਜੋ ਪ੍ਰੋਵਾਈਡ ਕਰਦੀ ਹਾਂ ਸਿਰਫ ਡਾਟਾ ਹੁੰਦੇ ਨੇ। ਉਮੀਦ ਹੁੰਦੀ ਆ ਕਿ ਤੁਹਾਨੂੰ ਡਾਟਾ ਦੇ ਵਿੱਚੋਂ ਕੁਐਸਚਨ ਪੁੱਛੇ ਜਾਣ, ਹਨਾ। 15 ਆਪਣੇ ਕੋਲ ਐਵਰੀ ਈਅਰ ਡੈਸ਼ ਵਰਲਡ ਹੰਗਰ ਡੇ। ਤਾਂ ਕਿਹੜਾ ਭਾਰਤ ਦੇ ਵਿੱਚ ਜਾਂ ਇੰਡੀਆ ਵਰਲਡ ਲੈਵਲ ਦੇ ਉੱਪਰ ਕਿਹੜੇ ਦਿਨ ਨੂੰ ਅਸੀਂ ਵਰਲਡ ਵਿਸ਼ਵ ਭੁੱਖ ਦਿਵਸ ਦੇ ਤੌਰ ਤੇ ਸੈਲੀਬ੍ਰੇਟ ਕਰਦੇ ਆ? ਉਹ ਕਿਹੜਾ ਹੁੰਦਾ ਜੀ? 28 ਮਈ, ਠੀਕ ਹੈ। 28 ਮਈ ਨੂੰ ਵਰਲਡ ਹੰਗਰ ਡੇ ਦੇ ਤੌਰ ਤੇ ਜਿਹੜਾ ਹੈ ਮਨਾਇਆ ਜਾਂਦਾ। 16 ਕੁਐਸਚਨ ਆਪਣੇ ਕੋਲ, ਇਹ ਵੀ ਆਪਣੇ ਕੋਲ ਨਵਾਂ ਇੱਕ ਮਿਸ਼ਨ, ਇੱਕ ਅਭਿਆਨ ਸ਼ੁਰੂ ਹੋਇਆ। ਕਾਫੀ ਅਭਿਆਨ ਮੈਂ ਤੁਹਾਨੂੰ ਕੁਪੋਸ਼ਣ ਵਾਲੇ ਟੌਪਿਕ ਦੇ ਵਿੱਚ ਕਲਾਸ ਦੇ ਵਿੱਚ ਕਰਵਾ ਚੁੱਕੀ ਹਾਂ, ਠੀਕ ਹੈ। ਜਿਹੜੀਆਂ ਲੇਟੈਸਟ ਨੇ ਉੱਥੇ ਸ਼ਾਮਲ ਕਰ ਰਹੀ ਹਾਂ।
ਸੁਪੋਸ਼ਿਤ ਮਾਂ ਅਭਿਆਨ, ਸੁਪੋਸ਼ਿਤ ਮਾਂ ਅਭਿਆਨ ਕੀ ਹੈ? ਸੁਪੋਸ਼ਿਤ ਮਾਂ ਅਭਿਆਨ ਪਹਿਲਾਂ ਤਾਂ ਲੇਟੈਸਟ ਹੀ ਲਾਂਚ ਕੀਤਾ ਗਿਆ 2021 ਦੇ ਵਿੱਚ ਹੀ ਹੈ। ਕਿ ਇਹ ਲਾਂਚ ਕੀਤਾ ਸੀਗਾ ਓਮ ਬਿਰਲਾ ਨੇ, ਸਾਡੇ ਜਿਹੜੇ ਮੇਨ ਸਪੀਕਰ ਨੇ। ਰਾਜਸਥਾਨ ਦੇ ਵਿੱਚ ਇਹਨੂੰ ਲਾਂਚ ਕੀਤਾ ਗਿਆ ਸੀ, ਕੋਟਾ ਰਾਜਸਥਾਨ ਦੇ ਵਿੱਚ ਇਹਨੂੰ ਲਾਂਚ ਕੀਤਾ ਗਿਆ। ਦਾ ਸਕੀਮ ਇਹਦਾ ਮੇਨ ਸਕੀਮ ਦਾ, ਇਸ ਸਕੀਮ ਨੂੰ ਲਾਂਚ ਕਰਨ ਦਾ ਮੇਨ ਪਰਪਸ ਕੀ ਹੈਗਾ? ਮਾਲ ਨਿਊਟ੍ਰੀਸ਼ਨ ਫ੍ਰੀ ਇੰਡੀਆ, ਭਾਰਤ ਨੂੰ ਕੁਪੋਸ਼ਣ ਤੋਂ ਮੁਕਤ ਕਰਨਾ, ਕਿ ਭਾਰਤ ਦੇ ਵਿੱਚ ਕੁਪੋਸ਼ਣ ਦੀ ਸਮੱਸਿਆ ਨਾ ਹੋਵੇ। ਦੈਨ ਇਟ ਮੇਨਲੀ ਕਿਹਨਾਂ ਨੂੰ ਸਪੋਰਟ ਕਰ ਰਿਹਾ ਹੈਗਾ? ਪ੍ਰੈਗਨੈਂਟ ਔਰਤਾਂ ਤੇ ਅਡੋਲੋਸੈਂਟ ਗਰਲਸ ਨੂੰ, ਕਿਉਂਕਿ ਚੇਂਜ ਹੁੰਦੀ ਆ ਕਿਸ਼ੋਰੀਆਂ ਦੇ ਵਿੱਚ, ਕਿਸ਼ੋਰ ਅਵਸਥਾ ਦੇ ਵਿੱਚ ਕੁੜੀਆਂ ਦੇ ਵਿੱਚ ਚੇਂਜਸ ਆਉਂਦੀਆਂ ਨੇ ਫਿਜ਼ੀਕਲੀ, ਤਾਂ ਉਸ ਸਿਚੁਏਸ਼ਨ ਦੇ ਵਿੱਚ ਉਹਨਾਂ ਨੂੰ ਸਪੋਰਟ ਕਰਨ ਦੇ ਲਈ ਪ੍ਰੋਗਰਾਮ ਨੂੰ ਲਾਂਚ ਕੀਤਾ ਗਿਆ, ਸੁਪੋਸ਼ਿਤ ਮਾਂ ਅਭਿਆਨ। ਠੀਕ ਹੈ, ਤਾਂ ਇਸ ਆਪਣੇ ਕੋਲ ਸਾਰੇ ਹੀ ਇਹਦੇ ਵਿੱਚ ਸ਼ਾਮਲ ਹੋਣਗੇ। ਦੈਨ ਹੈਗਾ 17th ਹੈਗਾ ਵਰਲਡ ਪਲਸ ਡੇ ਸੈਲੀਬ੍ਰੇਟਡ। ਵਰਲਡ ਪਲਸ ਡੇ ਸੈਲੀਬ੍ਰੇਟ ਕਦੋਂ ਕੀਤਾ ਜਾਂਦਾ ਹੈਗਾ? 10 ਫੈਬਰਵਰੀ ਨੂੰ। 10 ਫੈਬਰਵਰੀ ਨੂੰ ਜਿਹੜਾ ਦਾਲਾਂ, ਵਿਸ਼ਵ ਦਾਲਾਂ, ਕਿਉਂਕਿ ਦਾਲਾਂ ਡਾਈਟ ਦੇ ਵਿੱਚ ਬੜੀਆਂ ਇੰਪੋਰਟੈਂਟ ਨੇ, ਪੋਸ਼ਣ ਦੇ ਵਿੱਚ ਬੜੀਆਂ ਇੰਪੋਰਟੈਂਟ ਨੇ, ਤਾਂ ਇਸ ਕਰਕੇ 10 ਫੈਬ ਸੈਲੀਬ੍ਰੇਟ ਕੀਤੀ ਜਾਂਦੀ ਹੈਗੀ ਆ ਪਲਸਿਸ ਡੇ ਦੇ ਤੌਰ ਤੇ। ਅੱਗੇ ਆਪਣੇ ਕੋਲ 18 ਦੇ ਵਿੱਚ ਹੈ ਆਪਣੇ ਕੋਲ ਯੂਨਾਈਟਿਡ UN, ਮਤਲਬ ਕਿ ਯੂਨਾਈਟਿਡ ਨੇਸ਼ਨਸ ਵਰਲਡ ਫੂਡ ਪ੍ਰੋਗਰਾਮ WFP ਹੈਜ਼ ਲਾਂਚਡ ਇਟਸ ਸਿਨੇਮਾ ਐਂਡ ਐਡ ਕੰਪੇਨ। ਇੱਕ ਕੰਪੇਨ ਲਾਂਚ ਕੀਤੀ ਆ, ਕਿਹੜੀ? ਜਿਵੇਂ ਸਿਨੇਮਾ ਅਸੀਂ ਸਾਰੇ ਥੀਏਟਰ ਜਾਂਦੇ ਆ ਨਾ, ਤੁਸੀਂ ਸਾਰਿਆਂ ਨੇ ਥੀਏਟਰ ਦੇ ਵਿੱਚ ਗਏ ਹੋ। ਥੀਏਟਰ ਦੇ ਵਿੱਚ ਪਹਿਲਾਂ ਫਿਲਮ ਚੱਲਣ ਤੋਂ ਪਹਿਲਾਂ ਜਾਂ ਡਿਊਰਿੰਗ ਵੀ ਜਦੋਂ ਇੰਟਰਵਲ ਹੁੰਦਾ ਤਾਂ ਕੁਝ ਐਡ ਚੱਲ ਰਹੀਆਂ ਹੁੰਦੀਆਂ, ਤਾਂ ਹੁਣ ਸਿਨੇਮਾ ਘਰਾਂ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਇੱਕ ਐਡ ਚੱਲਿਆ ਕਰੂਗੀ। ਗੌਰਮੈਂਟ ਦੇ ਵੱਲੋਂ ਇਹ ਲਾਂਚ ਕੀਤੀ ਗਈ ਐਡ ਆ, ਜਿਹਦੇ ਵਿੱਚ ਕੀ ਆ, ਭੁੱਖ ਤੇ ਕੁਪੋਸ਼ਣ ਦੇ ਨਾਲ ਲੜਨ ਦੇ ਲਈ, ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇਹਨੂੰ ਸਟਾਰਟ ਕੀਤਾ ਜਾ ਰਿਹਾ ਇਸ ਮੁਹਿੰਮ ਨੂੰ। ਠੀਕ ਹੈ, ਕਿਹਦੇ ਨਾਲ ਰਿਲੇਟਡ ਹੈ ਇਹ? ਮਾਲ ਨਿਊਟ੍ਰੀਸ਼ਨ ਦੇ ਨਾਲ ਲੜਨ ਦੇ ਲਈ ਤੇ ਹੰਗਰ, ਭੁੱਖ ਦਾ ਜੋ ਸਟੇਟਸ ਆ ਉਹਨੂੰ ਸ਼ੋ ਕਰਨ ਦੇ ਲਈ। ਇਸ ਐਡ ਦਾ ਨਾਮ ਕੀ ਹੈਗਾ? ਫੀਡ ਆਰ ਫਿਊਚਰ। ਬਹੁਤ ਇੰਪੋਰਟੈਂਟ ਆ, ਫੀਡ ਆਰ ਫਿਊਚਰ। ਠੀਕ ਹੈ ਜੀ। ਦੈਨ ਹੈਗਾ ਆਪਣੇ ਕੋਲ 19th ਕੁਐਸਚਨ, ਦਾ ਨੈਸ਼ਨਲ ਨਿਊਟ੍ਰੀਸ਼ਨ ਮੰਥ। ਪਹਿਲਾਂ ਤਾਂ ਨੈਸ਼ਨਲ ਨਿਊਟ੍ਰੀਸ਼ਨ ਵੀਕ ਕਦੋਂ ਹੁੰਦਾ? 1 ਸਤੰਬਰ ਤੋਂ ਲੈ ਕੇ 7 ਸਤੰਬਰ ਤੱਕ ਸੈਲੀਬ੍ਰੇਟ ਕੀਤਾ ਜਾਂਦਾ ਹੈਗਾ ਰਾਸ਼ਟਰੀ ਪੋਸ਼ਣ ਹਫਤਾ। ਠੀਕ ਹੈ, ਤੇ ਨਾਲ ਹੀ ਰਾਸ਼ਟਰੀ ਪੋਸ਼ਣ ਮਹੀਨਾ ਕਦੋਂ ਸੈਲੀਬ੍ਰੇਟ ਕੀਤਾ ਗਿਆ ਸੀਗਾ? ਵੈਸੇ ਤਾਂ ਸਪਟੈਂਬਰ ਦੇ ਵਿੱਚ ਹੀ ਸੈਲੀਬ੍ਰੇਟ ਕੀਤਾ ਜਾਂਦਾ ਹੁਣ ਵੀ, ਬਟ ਜਿਹੜਾ ਸੀਗਾ ਸਤੰਬਰ 2018 ਨੂੰ ਘੋਸ਼ਿਤ ਕੀਤਾ ਗਿਆ ਸੀ ਰਾਸ਼ਟਰੀ ਪੋਸ਼ਣ ਮਾਹ ਭਾਰਤ ਦੇ ਵਿੱਚ। ਠੀਕ ਹੈ ਜੀ, ਤਾਂ ਨੈਸ਼ਨਲ ਲੈਵਲ ਦੇ ਉੱਪਰ ਸਾਡਾ ਜਿਹੜਾ ਹੈਗਾ ਰਾਸ਼ਟਰੀ ਪੋਸ਼ਣ ਮਾਹ ਕਿਹਨੂੰ ਘੋਸ਼ਿਤ ਕੀਤਾ ਗਿਆ ਸੀ? 2018 ਦੇ ਸਤੰਬਰ ਨੂੰ। ਠੀਕ ਹੈ ਜੀ। ਦੈਨ ਹੈਗਾ 20 ਐਡਮਾ ਪਿਟਿੰਗ ਡਿਸਟੈਂਡਡ ਐਬਡੈਮਨ। ਐਡਮਾ ਪਿਟਿੰਗ ਆ ਜਿਹੜਾ, ਮਤਲਬ ਕਿ ਪੈਰਾਂ ਦੇ ਵਿੱਚ ਸਵੈਲਿੰਗ ਹੋ ਜਾਂਦੀ ਹੈ। ਤੇ ਪਿੱਟ ਕੀ ਹੁੰਦਾ? ਜਦੋਂ ਕਿਸੇ ਦੇ ਵੀ ਪੈਰ ਦੇ ਵਿੱਚ ਤੁਸੀਂ ਦੇਖਿਆ ਹੋਵੇ ਕਿਤੇ ਵੀ ਸਵੈਲਿੰਗ ਹੋ ਜੇ, ਹੱਥ ਪੈਰ ਸੁੱਜ ਜਾਣ, ਤਾਂ ਉੱਤੇ ਤੁਸੀਂ ਉਂਗਲ ਲਾਓ, ਉਂਗਲ ਚੁੱਭ ਜਾਂਦੀ ਹੈ ਤੇ ਗੱਡਾ ਜਿਹਾ ਬਣ ਜਾਂਦਾ ਹਨਾ। ਇਸੇ ਤਰੀਕੇ ਨਾਲ ਮਤਲਬ ਐਡਮਾ ਪਿਟਿੰਗ ਲੱਛਣ ਆ, ਜਿਹਦੇ ਚ ਕੀ ਆ, ਬੱਚੇ ਦੇ ਪੈਰਾਂ ਦੇ ਵਿੱਚ ਸਵੈਲਿੰਗ ਹੁੰਦੀ ਆ। ਪੈਟਿੰਗ, ਐਡਮਾ ਮਤਲਬ ਪੈਰ, ਪਿਟਿੰਗ ਮਤਲਬ ਸਵੈਲਿੰਗ ਹੁੰਦੀ ਆ, ਤੇ ਟੋਏ ਬਣ ਲੱਗ ਜਾਂਦੇ ਜਦੋਂ ਤੁਸੀਂ ਉੱਪਰ ਪ੍ਰੈਸ ਕਰੋਗੇ। ਤੇ ਨਾਲ ਹੀ ਡਿਸਟੈਂਡਡ ਐਬਡੋਮਨ ਦਾ ਮਤਲਬ ਹੈਗਾ ਕਿ ਪੇਟ ਬੱਚੇ ਦਾ ਬਾਹਰ ਨੂੰ ਨਿਕਲ ਜਾਂਦਾ ਹੈ। ਕਿਹੜੀ ਬਿਮਾਰੀ ਹੁੰਦੀ ਹੈ ਵੀ ਤੁਸੀਂ ਕਲਾਸ ਦੇ ਵਿੱਚ ਕਰ ਚੁੱਕੇ ਹੋ, ਕੀ ਨਾਮ ਹੈ ਇਹਦਾ? ਕੁਆਸੀਓਕਰ। ਠੀਕ ਹੈ ਜੀ। ਮਰਾਸਮਸ ਦੇ ਵਿੱਚ ਇਹ ਲੱਛਣ ਨਹੀਂ ਹੁੰਦੇ। ਮਰਾਸਮਸ ਦੇ ਵਿੱਚ ਕੀ ਹੁੰਦਾ? ਪੇਟ ਬੱਚੇ ਦਾ ਅੰਦਰ ਨੂੰ ਹੁੰਦਾ, ਜਿਹੜੀਆਂ ਰਿਬਸ ਨੇ ਬੱਚੇ ਦੀਆਂ, ਮਤਲਬ ਪਸਲੀਆਂ ਤੱਕ ਵੀ ਬੱਚੇ ਦੀਆਂ ਦਿਖ ਰਹੀਆਂ ਹੁੰਦੀਆਂ। ਇਹ ਦੋਨੋਂ ਮੇਨ PEM ਦੇ ਨਾਲ ਰਿਲੇਟਡ ਬਿਮਾਰੀਆਂ ਨੇ। ਠੀਕ ਹੈ ਜੀ, ਤਾਂ ਇਹ ਤੁਹਾਡੀ ਅੱਜ ਦੀ ਕਲਾਸ ਸੀ। ਨੈਕਸਟ ਕਲਾਸ ਦੇ ਵਿੱਚ ਨਵੇਂ MCQ, ਨਵਾਂ ਟੌਪਿਕ ਲੈ ਕੇ ਮਿਲਾਂਗੇ। ਥੈਂਕ ਯੂ ਸੋ ਮਚ।